ਚਲੋ ਅੱਜ ਅਸੀਂ ਗੱਲ ਕਰ ਰਹੇ ਹਾਂ ਕਲਯੁਗ ਮੈਂ ਕੀਰਤਨ ਪ੍ਰਧਾਨਾ। ਅਸੀਂ ਜ਼ਿਆਦਾਤਰ ਕੀਰਤਨੀਆਂ ਨੂੰ ਸੁਣਦੇ ਹਾਂ ਇਹ ਸ਼ਬਦ ਪੜ੍ਹਦੇ ਹੋਏ। ਜਦੋਂ ਸ਼ਬਦ ਵੀ ਪੜ੍ਹਦੇ ਨੇ ਉਦੋਂ ਵੀ ਇਹਦੇ ਬਾਰੇ ਗੱਲ ਵੀ ਕਰਦੇ ਨੇ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ। ਇਹਦੇ ਵਿੱਚ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈ ਉਹ ਹੈ ਕਲਯੁਗ ਕੀ ਹੈ ਔਰ ਗੁਰਬਾਣੀ ਦੇ ਵਿੱਚ ਕੀਰਤਨ ਕੀ ਹੈ। ਕਲਯੁਗ ਕੀ ਹੈ ਇਹ ਇੱਕ ਆਪਣਾ ਅਲੱਗ ਸਬਜੈਕਟ ਹੈ। ਇਸ ਨੂੰ ਕਿਸੇ ਦਿਨ ਹੋਰ ਦਿਨ ਅਸੀਂ ਡਿਸਕਸ ਕਰਾਂਗੇ ਇਹ ਕਨਸੈਪਟ ਆਫ ਯੁਗਸ ਇਨ ਗੁਰਬਾਣੀ। ਅੱਜ ਗੱਲ ਕਰਾਂਗੇ ਕੀਰਤਨ ਦੀ। ਕੀਰਤਨ ਜਿਹੜਾ ਵਾ ਇਹ ਇੱਕ ਲਫ਼ਜ਼ ਸੰਸਕ੍ਰਿਤ ਦਾ ਲਫ਼ਜ਼ ਹੈ। ਇਹਦਾ ਜਿਹੜਾ ਮਤਲਬ ਹੈ ਨਰੇਟਿੰਗ, ਰਿਸਾਈਟਿੰਗ, ਕਿਸੇ ਚੀਜ਼ ਦੇ ਬਾਰੇ ਵਿਖਿਆਨ ਕਰਨਾ, ਕਿਸੇ ਚੀਜ਼ ਦੇ ਬਾਰੇ ਗੱਲ ਕਰਨੀ, ਕਿਸੇ ਚੀਜ਼ ਦੇ ਬਾਰੇ ਦੱਸਣਾ। ਇਹਦੀ ਜਿਹੜੀ ਰੂਟ ਵਾ ਕੀਰਤਨ ਦੀ ਉਹ ਹੈ ਕਿਰਤ। ਉਹ ਜਿਹੜੀ ਕਿਰਤ ਵਾ ਇਹ ਸੰਹਿਤਾਸ, ਬ੍ਰਹਮੰਸ, ਵੈਦਿਕ, ਵਿਦਾਂਗਾ, ਸੂਤਰਾ ਇਹ ਲਿਟਰੇਚਰ ਦੇ ਵਿੱਚ ਵੀ ਮਿਲਦਾ ਹੈ। ਔਰ ਕਿਰਤ ਦਾ ਜਿਹੜਾ ਵਰਡ ਮੀਨਿੰਗ ਹੈ ਡਿਕਸ਼ਨਰੀ ਦਾ ਉਹ ਹੈ ਕਿ ਟੂ ਟੈਲ, ਟੂ ਰਿਸਾਈਟ, ਟੂ ਪ੍ਰੇਜ਼, ਟੂ ਗਲੋਰੀਫਾਈ। ਸਿੱਖਾਂ ਦੇ ਵਿੱਚ ਕੀਰਤਨ ਨੂੰ ਕਿਹਾ ਗਿਆ ਸ਼ਬਦ ਕੀਰਤਨ, ਔਰ ਇਹ ਗੁਰਦੁਆਰਿਆਂ ਦੇ ਵਿੱਚ ਆਮ ਕੀਤਾ ਜਾਂਦਾ ਹੈ। ਔਰ ਇਹਦੀ ਸ਼ੁਰੂਆਤ ਗੁਰੂ ਨਾਨਕ ਨੇ ਰਬਾਬ ਦੇ ਨਾਲ ਸ਼ੁਰੂ ਕੀਤੀ। ਭਾਈ ਮਰਦਾਨਾ ਰਬਾਬ ਵਜਾਇਆ ਕਰਦੇ ਸੀ ਤੇ ਗੁਰੂ ਨਾਨਕ ਕੀਰਤਨ ਕਰਿਆ ਕਰਦੇ ਸੀ। ਜਿਹੜੀ ਬਾਣੀ ਆਉਂਦੀ ਸੀ ਉਸ ਨੂੰ ਰਾਗ ਦੇ ਵਿੱਚ ਆਲਾਪ ਕਰਦੇ ਸੀਗੇ। ਬਾਕੀ ਦੇ ਗੁਰੂਆਂ ਨੇ ਵੀ ਇਸ ਨੂੰ ਕੰਟੀਨਿਊ ਰੱਖਿਆ। ਦਿਲਰੂਬਾ, ਸਰੰਗੀ, ਇਸਰਾਜ ਇਹ ਗੁਰੂ ਸਾਹਿਬਾਂ ਦੀ ਦੇਣ ਹੈ। ਤੇ ਇੱਕ ਪਖਾਵਜ ਦੀ ਵੀ ਉਹਨਾਂ ਨੇ ਮੋਡੀਫਿਕੇਸ਼ਨ ਕੀਤੀ ਜਿਹੜਾ ਇਟ ਵਾਸ ਅਰਲੀ ਫਾਰਮ ਆਫ ਤਬਲਾ। ਇਹ ਤਾਂ ਹੈ ਕੀਰਤਨ ਦੇ ਬਾਰੇ ਮਿਊਜ਼ੀਕਲ ਇੰਸਟਰੂਮੈਂਟਸ ਦੇ ਨਾਲ। ਪਰ ਕੀਰਤਨ ਜਦੋਂ ਲਫ਼ਜ਼ ਆਉਂਦਾ ਹੈ ਗੁਰਬਾਣੀ ਦੇ ਵਿੱਚ ਉਹਦੇ ਵਿੱਚ ਅਸੀਂ ਇਹ ਦੇਖਣਾ ਹੈ ਕਿ ਇਹਦਾ ਕੀ ਮਤਲਬ ਹੈ। ਅੰਗ 84 ਦੇ ਉੱਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪੌੜੀ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਹਰੀ ਦਾ ਕੀਰਤਨ ਕਰਨਾ, ਉਹਦੀ ਵਡਿਆਈ ਕਰਨੀ ਇਹ ਸਭ ਤੋਂ ਵੱਡਾ ਕੰਮ ਹੈ। ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਂ ਹੈ ਧਰਮ ਕਾ। ਉਸ ਰੱਬ ਦੀ ਵਡਿਆਈ ਕਰਨੀ ਸਭ ਤੋਂ ਵੱਡੀ ਚੀਜ਼ ਹੈ, ਕਿਉਂਕਿ ਉਹਦਾ ਤੇਰਾ ਧਰਮ ਹੈ, ਨਿਆਂ ਹੈ, ਉਹ ਸੱਚਾ ਹੈ। ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ। ਰੱਬ ਦੀ ਵਡਿਆਈ ਕਰਨੀ ਸਭ ਤੋਂ ਵੱਡੀ ਚੀਜ਼ ਹੈ, ਕਿਉਂਕਿ ਇਹੀ ਇੱਕ ਮਨੋਰਥ ਹੈ ਇਸ ਜਨਮ ਦਾ। 171 ਅੰਕ ਉੱਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾਓ। ਇਹ ਭਾਈ ਗੁਰੂ ਦੇ ਚਰਨਾਂ ਵਿੱਚ ਆਪਣੇ ਲਿਵ ਲਾ ਕੇ ਪਰਮਾਤਮਾ ਦੀ ਸਿਫਤ ਸਲਾਹ ਕਰੋ। ਬਾਕੀ ਸਭ ਦੁਨੀਆ ਦੇ ਜਿਹੜੇ ਰਸ ਨੇ ਉਹ ਫਿੱਕੇ ਨੇ, ਸਿਰਫ ਇੱਕ ਹੀ ਰਸ ਮਿੱਠਾ ਹੈ। ਇਹਦਾ ਮਤਲਬ ਕਿ ਜਿਹੜਾ ਕੀਰਤਨ ਕਰਨਾ ਹੈ ਉਹ ਸਿਰਫ ਰੱਬ ਦੇ, ਹੋਰ ਕਿਸੇ ਦਾ ਕੀਰਤਨ ਨਹੀਂ ਕਰਨਾ। ਅਸੀਂ ਕਈ ਵਾਰੀ ਦੇਖਦੇ ਹਾਂ ਕਿ ਡੇਰਿਆਂ ਦੇ ਉੱਪਰ ਕੀਰਤਨੀਏ ਬੈਠੇ ਨੇ, ਮੂਹਰੇ ਬਾਬੇ ਬੈਠੇ ਨੇ, ਤੇ ਬਾਬੇ ਦੇ ਉੱਪਰ ਹੱਥ ਸਾਹਮਣੇ ਕਰ ਕਰਕੇ ਤੇ ਕੀਰਤਨ ਕਰਦੇ ਨੇ ਕਿ ਵਡਿਆਈ ਜਿਹੜੀ ਹੈ ਉਸ ਬਾਬੇ ਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀ ਕੀਰਤਨ ਕਰਨਾ ਹੈ ਉਹ ਸਿਰਫ ਰੱਬ ਦਾ। 208 ਅੰਕ ਉੱਪਰ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮਹਿ ਲਾਖ ਕਰੋੜੀ, ਜਾਂ ਕੇ ਹਿਰਦੇ ਹੀਏ ਪ੍ਰਗਟ ਪ੍ਰਭ ਹੋਵਾ, ਅਨ ਦਿਨ ਕੀਰਤਨ ਰਸਨ ਰੰਗੋੜੀ। ਜਿਹਦੇ ਮਨ ਦੇ ਵਿੱਚ ਰੱਬ ਪ੍ਰਗਟ ਹੋ ਗਿਆ ਉਸ ਇਨਸਾਨ ਦੇ ਵਿੱਚ ਔਰ ਰਾਮ ਦੇ ਵਿੱਚ, ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ।
ਉਹ ਜਿਹੜਾ ਮਨੁੱਖ ਹੈ ਉਹ ਹਮੇਸ਼ਾ ਅਨ ਦਿਨ ਕੀਰਤਨ ਰਸਮ ਰਮੂਰੀ, ਹੁਣ ਅਨ ਦਿਨ ਕੀਰਤਨ ਕਰਦਾ ਆ ਵਾ ਉਹ। ਜੇ ਤਾਂ ਅਸੀਂ ਕੀਰਤਨ ਨੂੰ ਇਹ ਦੇਖੀਏ ਕਿ ਇਹ ਕੀਰਤਨ ਦਾ ਮਤਲਬ ਹੈ ਸਾਜ਼ਾਂ ਦੇ ਨਾਲ ਕੀਰਤਨ ਕਰਨਾ, ਤੇ ਅਨ ਦਿਨ ਤੇ ਕੀਰਤਨ ਨਹੀਂ ਹੋ ਸਕਦਾ। ਕੋਈ ਜਿੰਨੇ ਵੀ ਵੱਡੇ ਵੱਡੇ ਪ੍ਰੋਫੈਸ਼ਨਲ ਕੀਰਤਨੀਆਂ ਨੇ ਉਹ ਵੀ 2-3 ਘੰਟੇ ਦੇ ਬਾਅਦ ਨਹੀਂ ਕੀਰਤਨ ਕਰ ਸਕਦੇ, ਪਰ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਨ ਦਿਨ ਕੀਰਤਨ, ਉਹਦੇ ਮਨ ਦੇ ਵਿੱਚ ਹਮੇਸ਼ਾ ਹੀ ਕੀਰਤਨ ਹੁੰਦਾ ਰਹਿੰਦਾ ਹੈ। 108 ਅੰਕ ਉੱਪਰ ਇਹ ਥੋੜੀ ਜਿਹੀ ਧਿਆਨ ਦੇਣ ਵਾਲੀ ਗੱਲ ਹੈ। ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹ ਹੈ ਕਾਰੀ ਜੀਓ। ਸਫਲ ਕੰਮ ਸਭ ਤੋਂ ਵੱਡਾ ਕਿਹੜਾ ਆ? ਰੱਬ ਦਾ ਕੀਰਤਨ ਦਿਨ ਰਾਤੀ ਗਾਓ। ਦਿਨ ਰਾਤੀ ਦਾ ਮਤਲਬ ਹੈ ਕਿ ਹਰ ਮੂਮੈਂਟ, ਹੁਣ ਹਰ ਮੂਮੈਂਟ ਹਰ ਵਕਤ ਤੇ ਸਾਜ਼ਾਂ ਦੇ ਨਾਲ ਕੀਰਤਨ ਨਹੀਂ ਗਾਇਆ ਜਾ ਸਕਦਾ। ਇਟਸ ਨੋਟ ਪੋਸੀਬਲ। 1149 ਅੰਕ ਉੱਪਰ ਧਨ ਧਨ ਸਾਧ ਧਨ ਹਰ ਨਾਉ, 8 ਪਹਿਰ ਕੀਰਤਨ ਗੁਣ ਗਾਓ। ਉਹ ਧਨ ਸਾਧ ਹੈ, ਉਹ ਧਨ ਇਨਸਾਨ ਹੈ, ਉਹ ਧਨ ਹੀ ਉਹ ਰੱਬ ਹੈ, ਗੁਰੂ ਹੈ, ਜਿਹਦਾ ਕੀਰਤਨ 8 ਪਹਿਰ, ਹੁਣ 8 ਪਹਿਰ ਤੇ ਕੀਰਤਨ ਨਹੀਂ ਸਾਜ਼ਾਂ ਦੇ ਨਾਲ ਕੀਤਾ ਜਾ ਸਕਦਾ। ਇਟਸ ਨੋਟ ਪੋਸੀਬਲ। 8 ਪਹਿਰ ਦਾ ਮਤਲਬ ਕਿ ਹਰ ਮੂਮੈਂਟ ਆਫ ਯੂਰ ਲਾਈਫ। ਗੁਰੂ ਸਾਹਿਬ ਨੇ ਕੀ ਕਿਹਾ ਹੈ ਫਿਰ ਕੀਰਤਨ ਦੇ ਬਾਰੇ ਗੁਰਬਾਣੀ ਦੇ ਵਿੱਚ? ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਇਹ ਸਵਾਲ ਪੁੱਛ ਰਹੇ ਨੇ। ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਧ ਕੀਰਤਨ ਗਾਏ ਜੀਓ। ਕਿਸ ਤਰੀਕੇ ਨਾਲ ਮੈਂ ਕੀਰਤਨ ਗਾਵਾਂ? ਤੇ ਫਿਰ 8ਵੇਂ ਲਾਈਨ ਦੇ ਵਿੱਚ, ਤੁਕ ਦੇ ਵਿੱਚ, ਇਹ ਚੌਥੀ ਤੁਕ ਹੈ, 8ਵੇਂ ਤੁਕ ਦੇ ਉੱਪਰ ਫਿਰ ਇਹਦਾ ਜਵਾਬ ਦਿੰਦੇ ਨੇ। ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ। ਉਹ ਗੁਰਮੁਖ, ਉਹ ਇਨਸਾਨ ਜਿਹੜਾ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਦਾ ਹੈ ਔਰ ਉਸ ਨੂੰ ਹਮੇਸ਼ਾ ਧਿਆਏ, ਉਸ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਚੇਤੇ ਰੱਖਦਾ ਹੈ। ਗੁਰਮੁਖ ਕੀਰਤਨ ਗਾਏ ਜੀਓ। ਉਹ ਗੁਰਮੁਖ ਜਿਹੜਾ ਹੈ ਉਹ ਕੀਰਤਨ ਗਾ ਰਿਹਾ ਹੈ। ਇੱਥੇ ਜਿਹੜਾ ਕੀਰਤਨ ਵਾ ਉਹ ਸਾਜ਼ਾਂ ਵਾਲਾ ਨਹੀਂ, ਗੁਰੂ ਸਾਹਿਬ ਨੇ ਕਹਿ ਰਹੇ। ਇੱਥੇ ਕੀਰਤਨ ਕਹਿ ਰਹੇ ਨੇ ਕਿ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਜਿਹੜਾ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚਾਲ ਕਰਦਾ ਹੈ, ਚੱਲਦਾ ਹੈ ਔਰ ਉਸ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਚੇਤੇ ਰੱਖਦਾ ਹੈ, ਉਹ ਗੁਰਮੁਖ ਕੀਰਤਨ ਕਰ ਰਿਹਾ ਹੈ। 214 ਅੰਕ ਉੱਪਰ ਜੈਸੋ ਗੁਰ ਉਪਦੇਸਿਆ, ਮੈਂ ਤੈਸੋ ਕਹਿਆ ਪੁਕਾਰ। ਨਾਨਕ ਕਹੇ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਆਪਣੇ ਮਨ ਨੂੰ ਕਹਿ ਰਹੇ ਨੇ ਗੁਰੂ ਨਾਨਕ ਕਿ ਇਹ ਮਨ, ਜਿੱਦਾਂ ਮੈਨੂੰ ਗੁਰੂ ਨੇ ਦੱਸਿਆ ਹੈ ਮੈਂ ਉਹੀ, ਮੈਂ ਤੈਸੋ ਕਹਿਆ ਪੁਕਾਰ, ਮੈਂ ਉਹੀ ਦੱਸ ਰਿਹਾ ਵਾਂ ਕਿ हे ਮੇਰੇ ਮਨ, ਤੂੰ ਹਮੇਸ਼ਾ ਰੱਬ ਦਾ ਕੀਰਤਨ ਕਰ, ਤਾਂ ਤੇਰਾ ਉਧਾਰ ਹੋਏਗਾ। ਤੇ ਮਨ ਨੇ ਦਾ ਕੀਰਤਨ ਕਿਹੜਾ ਕਰਨਾ ਆ? ਚਾਲ ਜਿਤ ਪਾਰ ਬ੍ਰਹਮ ਧਿਆਏ। ਮੈਂ ਕਹਿੰਦਾ ਰੋਟੀਆਂ ਖਤਮ ਕਰ ਦਿਓ ਜਾਂ ਨਾਨ। ਉਹ ਹੈ 190 ਅੰਕ ਪਰ ਗੁਰੂ ਸਾਹਿਬ ਕਹਿ ਰਹੇ ਨੇ, ਹਰ ਕੀਰਤਨ ਸੁਣੇ, ਹਰ ਕੀਰਤਨ ਗਾਵੇ। ਜਿਹੜਾ ਰੱਬ ਦੇ, ਜੇ ਅਸੀਂ ਕਹੀਏ ਕਿ ਇਹ ਗੁਰਬਾਣੀ ਦੇ ਵਿੱਚ ਜਿਹੜਾ ਕੀਰਤਨ ਲਫ਼ਜ਼ ਆਇਆ ਹੈ ਇਹ ਸਾਜ਼ਾਂ ਦੇ ਨਾਲ ਆਇਆ ਹੈ, ਤੇ ਉਹ ਕਰਨਾ ਹੈ। ਤੇ ਕੀਰਤਨ ਸੁਣੇ, ਹਰ ਕੀਰਤਨ ਗਾਵੇ ਜੋ ਰੱਬ ਦਾ ਕੀਰਤਨ ਸੁਣਦਾ ਹੈ ਔਰ ਕੀਰਤਨ ਕਰਦਾ ਹੈ। ਇਸ ਜਨ ਦੁੱਖ ਨਿਕਟ ਨਹੀਂ ਆਵੇ, ਉਸ ਇਨਸਾਨ ਦੇ ਕੋਲ ਦੁੱਖ ਨੇੜੇ ਨਹੀਂ ਆਉਂਦਾ। ਔਰ ਜਿਹਨਾਂ ਨੂੰ ਕੀਰਤਨ ਕਰਨਾ ਨਹੀਂ ਆਉਂਦਾ ਉਹ ਫਿਰ ਕੀ ਕਰਨਗੇ? ਜਿਹਨਾਂ ਨੂੰ ਸਾਜ਼ ਵਜਾਉਣੇ ਨਹੀਂ ਆਉਂਦੇ। ਬਾਣੀ ਤਾਂ ਹਰੇਕ ਦੇ ਵਾਸਤੇ ਸੱਚੀ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਈਸਾਈ ਹੈ, ਜੋ ਵੀ ਹੈ, ਭਾਵੇਂ ਕਿਸੇ ਵੀ ਕੰਟਰੀ 'ਚ ਰਹਿੰਦਾ ਹੈ, ਕਿਸੇ ਵੀ ਟਾਈਮ ਦਾ ਹੈ,
ਬਾਣੀ ਤਾਂ ਸੱਚੀ ਹਰੇਕ ਦੇ ਵਾਸਤੇ, ਪਰ ਜਿਹਨੂੰ ਫਿਰ ਕੀਰਤਨ ਕਰਨਾ ਨਹੀਂ ਆਉਂਦਾ, ਸਾਜ਼ ਵਜਾਉਣੇ ਨਹੀਂ ਆਉਂਦੇ, ਉਹਨਾਂ ਦਾ ਫਿਰ ਕੀ ਹੋਏਗਾ? ਉਹ ਜਿਹੜੇ ਫਿਰ ਉਹ ਡੰਮ ਨੇ, ਜਿਹੜੇ ਸੁਣ ਹੀ ਨਹੀਂ ਸਕਦੇ ਔਰ ਬੋਲ ਵੀ ਨਹੀਂ ਸਕਦੇ, ਨਾ ਉਹ ਸੁਣ ਸਕਦੇ ਨੇ ਤਾਂ ਨਾ ਉਹ ਗਾ ਸਕਦੇ ਨੇ, ਉਹਨਾਂ ਦਾ ਕੀ ਹੋਏਗਾ ਫਿਰ? ਇੱਥੇ ਜਿਹੜਾ ਕੀਰਤਨ ਦਾ ਮਤਲਬ ਹੈ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰੂ ਦੇ ਦੱਸੇ ਹੋਏ ਰਸਤਾ ਜਿਹੜਾ ਵਾ ਉਹ ਕਿਰਤ, ਉਹਦੇ ਜਿਹੜੇ ਗੁਣ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਹੈ। 216 ਅੰਕ ਉੱਪਰ, ਪੋਥੀ ਪੰਡਿਤ वेद खोजंता जियो, पंडित है, पोथियां पढ़ता है, वेद पढ़ता है, रब नूं खोजण दी कोशिश करता है। होए बैरागी तीर्थ ना बनता जियो, बैरागी होया होया तीर्थां ते जांदा है रब नूं लभण वास्ते। गीत नाद कीर्तन गावंता जियो, कोई गीत गाउंदा है, कोई नाद वजाउंदा है, कोई कीर्तन करदा है, कीर्तन गाउंदा है, पर हर निरभौ नाम ध्याई जियो। पर मैं उस निरभौ रब दा नाम, ओदी विजडम, ओदे गुण, ओदा कोड ऑफ कंडक्ट ध्याई जियो, मैं अपने मन दे विच हमेशा वसा के रखदा है। ਅਤੇ ਗੁਰੂ ਸਾਹਿਬ ਨੇ ਬੜਾ ਕਲੀਅਰ ਕਰ ਦਿੱਤਾ ਕਿ ਗੁਰੂ ਦੇ ਨਾਮ ਨੂੰ, ਗੁਰੂ ਦੇ ਵਿਜ਼ਡਮ ਨੂੰ, ਗੁਰੂ ਦੇ ਦੱਸੇ ਹੋਏ ਰਸਤੇ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਰੱਖਣਾ ਹੈ। ਮੈਂ ਤਾਂ ਉਹ ਕਰਦਾ ਹਾਂ। 199 ਅੰਕ ਉੱਪਰ, ਸੋ ਕਿਛ ਕਰ ਜਿਤ ਮੈਲ ਨਾ ਲੱਗੇ, ਉਹ ਕੰਮ ਕਰ ਜਿਹਦੇ ਨਾਲ ਮਨ ਨੂੰ ਵਿਸ਼ੇ ਵਿਕਾਰਾਂ ਦੇ ਮੈਲ ਨਾ ਲੱਗੇ। ਹਰ ਕੀਰਤਨ में ਇਹ ਮਨ ਜਾਗੇ ਰਹੋ, ਇਹ ਜਿਹੜਾ ਮਨ ਜਿਹੜਾ ਸੁੱਤਾ ਹੋਇਆ ਵਾ ਵਿਸ਼ੇ ਵਿਕਾਰਾਂ ਦੇ ਵਿੱਚ, ਐਸਾ ਕੀਰਤਨ ਕਰ ਕਿ ਇਹ ਮਨ ਜਿਹੜਾ ਵਾ ਜਾਗ ਪਵੇ। ਉਹ ਮਨ ਕਿੱਦਾਂ ਜਾਗੇਗਾ? ਕਿ ਜਦੋਂ ਅਸੀਂ ਗੁਰੂ ਦੇ ਦੱਸੇ ਹੋਏ ਰਸਤੇ ਨੂੰ, ਉਹਦੀ ਵਿਜ਼ਡਮ ਨੂੰ ਆਪਣੇ ਮਨ ਦੇ ਵਿੱਚ ਵਸਾਵਾਂਗੇ। ਕੀਰਤਨ ਉਹ ਕੀਰਤ ਹੈ, ਉਹ ਕੀਰਤ, ਉਹ ਗੁਣ ਜਿਨ੍ਹਾਂ ਦੇ ਨਾਲ ਮਨ ਨੂੰ ਮੈਲ ਨਹੀਂ ਲੱਗਦੀ। 236 अंक ऊपर, ऐसा कीर्तन कर मन मेरे, ये मेरे मन ऐसा कीर्तन कर, इहा उहा जो काम तेरे रहो। जेड़ा जेड़े गुण, जेड़ी विजडम हुण भी तेरे काम आवे और अगले टाइम ते भी तेरे काम आवे। 386 अंक ऊपर पंजवें पातशाह बख्शिश कर रहे ने, उठत बैठत सोवत ध्याई है। उठत बैठत सोवत का मतलब कि हर वक्त साथ साथ सिमरो गोबिंद वाली गल ध्याइए, चेते रखिए। मार्ग चलत हारे हर गाइए, मार्ग चलत के हर काम करते वक्त उसनू हरे हर गाइए। गाया तो नहीं जा सकता ना हर वक्त, यह मतलब है कि उसके जो गुण ने उन्होंने अपने मन दे विच रखना है। सरवण सुनीजे अमृत कथा, सुननी है उस वाहिगुरु दे गुण। जास सुनी मन होए आनंदा, दुख रोग मन सगले लथा। जदों उस रब दी जस सुनी, ਉਹਦੇ ਗੁਣ ਸੁਣੇ, ਉਹਨੂੰ ਆਪਣੇ ਮਨ 'ਚ ਵਸਾਇਆ, ਉਹਦੇ ਉੱਪਰ ਚੱਲੇ ਤਾਂ ਆਨੰਦ ਹੋ ਗਿਆ। ਆਨੰਦ ਹੀ ਆਨੰਦ ਹੈ, ਉਹ ਕੋਈ ਦੁੱਖ ਨੇੜੇ ਤੇੜੇ ਨਹੀਂ ਆਉਂਦਾ। ਰਹਾਓ ਕਾਰਜ ਕਾਮ बाट घाट जपीजे, हर काम करते वक्त, हर तुरते वक्त उसनू चेते रखना है। गुर प्रसाद हर अमृत पीजे, गुरु की कृपा दे नाल ये अमृत रूपी जिहड़ी स्पिरिचुअल नॉलेज है, विजडम है, इसनू पीना है। इत्थे पीजे लिखिया वा, पीजे का मतलब है कि पीना, कि जिस तरीके नाल पानी साडे वास्ते बहुत जरूरी है, बिना पानी पीते असी रह नहीं सकते, मर जावांगे। कुछ टाइम तक जरूर रह सकते हैं, पर उसके बाद जिहड़े बंदे व्रत भी रखते हैं उन्होंने भी पानी जरूर पीते हैं। खाना भावें कुछ ना, पर पानी पीना बहुत जरूरी है। इस वास्ते पीजे लिखा वा
कि ਅੰਮ੍ਰਿਤ ਨੂੰ ਪੀਣਾ ਉਸ ਗੁਰੂ ਦੇ ਜਿਹੜੇ ਜਸ ਨੇ, ਗੁਰੂ ਦੀ ਜਿਹੜੀ ਵਿਜ਼ਡਮ ਹੈ, ਉਸ ਨੂੰ ਪੀਣਾ ਵਾ, ਕਿਉਂਕਿ ਉਸ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਜਿਸ ਤਰ੍ਹਾਂ ਬੋਡੀ ਨਹੀਂ ਰਹਿ ਸਕਦੀ ਪਾਣੀ ਤੋਂ ਬਗੈਰ, ਸਾਡਾ ਮਨ ਜਿਹੜਾ ਵਾ ਉਹ ਗੁਰੂ ਦੇ ਜਸ ਤੋਂ ਬਿਨਾਂ, ਗੁਣਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਦਿਨਸ ਰਹਿਣ ਹਰ ਕੀਰਤਨ ਗਾਈਏ, दिन रात हमेशा उसका कीर्तन गाइए। ये कीर्तन है कि 8 पहर उठत बैठत सुबह है, ये मार्ग चले चला गाइए, कारज काम बाट घट जा पीजे। ये है दिनस रहन, ये बड़ा कीर्तन गाइए। सो जन जम की वाट ना पाइए। जिहड़ा इदां दा कीर्तन करता है, जिहड़े उसके गुणां नूं अपने मन हमेशा वसा के रखता है, ਉਹਦੇ ਕੋਲ जम किहड़े ने, काम क्रोध लोभ मोह हंकार वाले जम जिहड़े ने ਉਹਨਾਂ ਦੇ ਨੇੜੇ ਨਹੀਂ ਹੁੰਦੇ। 8 ਪਹਿਰ ਜਿਸ ਵਿਚਰੇ ਨਹੀਂ, ਜਿਹਨੂੰ 8 ਪਹਿਰ ਹਰ ਮੂਮੈਂਟ ਆਫ ਦਾ ਲਾਈਫ ਉਹਦੇ ਗੁਣ ਜਿਹੜੇ ਨੇ ਹਮੇਸ਼ਾ ਮਨ ਚ ਰੱਖਦਾ ਆ, ਵਿਸਾਰਦਾ ਨਹੀਂ। ਉਹ ਗਤ ਹੋਵੇ ਨਾਨਕ ਤਿਸ ਲਗ ਪਾਈ, ਉਹਦੀ ਗਤੀ ਹੁੰਦੀ ਹੈ ਜਿੰਦੇ ਹੋਏ ਇਸ ਵਕਤ ਮਰਨ ਦੇ ਬਾਅਦ ਨੇ। ਇੱਥੇ ਵੀ ਗੁਰੂ ਸਾਹਿਬ ਨੇ ਕਾਫੀ ਕਲੀਅਰ ਕਰ ਦਿੱਤਾ ਹੈ। 498 अंक पर जप तप संजम कर्म धर्म हर कीर्तन जन गायो, शरण पर्यो नानक ठाकुर की अभेदान सुख पायो। जप देवता नूं प्रसन्न करने वास्ते कुछ मंत्र हुंदे ने, तप धूणियां तपाउणियां रब दी प्राप्ति दे वास्ते, संजम करने इंद्रियां नूं वश करने दे वास्ते यतन करने, कर्म धर्म जिहड़े ने ये रिचुअल ने। ਇਹ ਕਰਮ ਧਰਮ ਸਾਡੇ ਵੀ ਸਿੱਖਾਂ ਦੇ ਵਿੱਚ ਵੀ ਕਾਫੀ ਨੇ, ਵੈਸੇ ਤਾਂ ਅਸੀਂ ਪਾਲਿਤ ਨੇ ਆਪਣੇ ਆਪ ਦੇ ਵਿੱਚ। ਪਰ ਗੁਰੂ ਸਾਹਿਬ ਕੀ ਕਹਿ ਰਹੇ ਨੇ ਕਿ ਜਿਹੜਾ ਉਸ ਹਰੀ ਦਾ ਕੀਰਤਨ ਗਾਉਂਦਾ ਆ, ਮਤਲਬ ਉਹਦੇ ਜਿਹੜੇ ਗੁਣਾਂ ਨੂੰ ਆਪਣੇ ਮਨ ਦੇ ਵਿੱਚ ਹਮੇਸ਼ਾ ਵਸਾ ਕੇ ਰੱਖਦਾ ਆ, ਉਹਦੇ ਵਾਸਤੇ ਇਹੀ ਉਹੀ ਜਪ ਹੈ, ਉਹੀ ਤਪ ਹੈ, ਉਹੀ ਸੰਜਮ ਹੈ, ਉਹੀ ਕਰਮ ਹੈ, ਉਹੀ ਧਰਮ ਹੈ। ਇਹ ਹੁਣ ਸਾਜਾਂ ਵਾਲਾ ਕੀਰਤਨ ਇੱਥੇ ਵੀ ਨਹੀਂ ਆਉਂਦਾ ਪਿਆ। 299 ਅੰਕ ਉੱਪਰ एकादशी निकट पेखो हर नाम, इंद्री बस कर सुनो हर नाम, मन संतोख सर्ब जी दया, इन विद बरत संपूर्ण भया। तावत मन राखै एक ठाए, मन तन शुद्ध जपत हर नाए, सब में पूर रहे पार ब्रह्म, नानक हर कीर्तन कर अटल। ਇਹ ਧਰਮ ਅਸਲੀ, ਇਹ ਅਸਲੀ ਕੀਰਤਨ ਵਾ। ਪਰਮਾਤਮਾ ਨੂੰ ਸਦਾ ਆਪਣੇ ਨੇੜੇ ਦੇਖੋ, ਆਪਣੀਆਂ ਇੰਦਰੀਆਂ ਨੂੰ ਕਾਬੂ ਰੱਖ ਕੇ ਪਰਮਾਤਮਾ ਦਾ ਜਿਹੜੇ ਗੁਣ ਨੇ ਉਸ ਨੂੰ ਧਾਰਨ ਕਰੋ। ਇਹੀ ਇਕਾਦਸ਼ੀ ਦਾ ਅਰਥ ਹੈ। ਜਿਹੜਾ ਮਨੁੱਖ ਆਪਣੇ ਮਨ ਵਿੱਚ ਸੰਤੋਖ ਰੱਖਦਾ ਆ, ਸਾਰੇ ਜੀਵਾਂ ਦੇ ਨਾਲ ਪਿਆਰ ਕਰਦਾ ਆ, ਭਾਵੇਂ ਉਹ ਕੋਈ ਵੀ ਜੀਵ ਹੋਵੇ। ਐਨੀ ਜਦੋਂ ਜੀਵ ਦੀ ਗੱਲ ਆ ਜਾਂਦੀ ਹੈ, ਉਹ 'ਚ ਪ੍ਰਾਣਸ ਐਂਡ ਐਨੀਮਲਸ ਵੀ ਆ ਜਾਂਦੇ ਨੇ। ਇਸ ਤਰੀਕੇ ਨਾਲ ਜੀਵਨ ਗੁਜ਼ਾਰਿਆ ਉਸ ਦਾ ਵਰਤ ਕਾਮਯਾਬ ਹੁੰਦਾ ਹੈ, ਭਾਵੇਂ ਇਹੀ ਅਸਲੀ ਵਰਤ ਹੈ। ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵੱਲ ਦੌੜਦੇ ਆਪਣੇ ਮਨ ਨੂੰ ਟਿਕਾਣੇ ਵਿੱਚ ਟਿਕਾ ਕੇ ਰੱਖਦਾ ਹੈ। परमात्मा का नाम जपद्या परमात्मा के नाम में जुड़िया उसका मन पवित्र हो जाता है, उसका पवित्र हिरदा हो जाता है। यही कीर्तन है और यही अटल धर्म है। इतने गुरु साहब ने बहुत ज्यादा क्लियर कर दिता असली कीर्तन की है और असली धर्म की है। 381 अंक पर पंजवें पातशाह बख्शिश कर रहे हैं। उद्यम करत होवे मन निर्मल, नाचे आप निवारे, पंच जना ले वसगत राखे, मन में एकंकारे, तेरा जन निरत करे गुण गावे। ये प्रभु तेरे भगत तेरी सलाह सिफत ते गीत गाਉਂਦਾ है, मानो और यह नाच कर रहा है। तेरा भगत तेरी सिफ सलाह दा शब्द रूपी वाजा अपने अंदर लगातार बजाता है।
तेरा जन नृत्य करे गुण गावे, रावाब पखावज ताल घुंघरू, अनहद शब्द वजावे। ये रहाव दी तुक है। ਉਹਦੇ ਅੰਦਰ ਲਗਾਤਾਰ ਹਾਰਮੋਨੀਅਮ ਵੱਜਦਾ ਹੀ ਰਹਿੰਦਾ ਹੈ। ਮਤਲਬ ਉਹ ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ। ਇਹੀ ਉਸਦੇ ਵਾਸਤੇ ਰਬਾਬ ਹੈ, ਇਹੀ ਉਸਦੇ ਵਾਸਤੇ ਤਬਲਾ ਹੈ, ਔਰ ਇਹੀ ਉਸਦੇ ਵਾਸਤੇ ਛੈਣੇ ਨੇ, ਔਰ ਇਹੀ ਉਹਦੇ ਵਾਸਤੇ ਘੁੰਗਰੂ ਹੈ। ਰਾਵਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੇ, तेरा जन नृत्य करे गुण गावे। राहो जी तुक। हे भाई परमात्मा दा भगत ज्यों-ज्यों तेरी सिफत सलाह दा उद्यम करदा है, उसदा मन पवित्र होंदा है, वो अपने अंदरों ईगो नूं खत्म करदा है, अपने मन दे विच परमात्मा दी जिहड़ी गुण ने उन्हां नूं वसा के रखदा है ते पंच जनां लई वसकत रखे। वो पंच जन काम, क्रोध, लोभ, मोह, हंकार नूं अपने काबू विच रखता है। प्रथमे मन प्रबोधे अपना, पाछे अवर रिझावे, राम नाम जप हिरदे जापे, मुख ते सगल सुनावे। पहला वो अपने मन नूं खुद अपने मन नूं पहला समझावे, मन नूं कंट्रोल करे, फिर दूजिआं नूं दसे। ज़्यादातर से ज्ञानी लोग जिहड़े लैक्चर देना ज़्यादा पसंद करते हैं, पर अपने उपर वो इस्तेमाल नहीं करते, दूजा दे वास्ते है। पर गुरु साहब कह रहे हैं प्रथमे मन प्रबोधे अपना, पाछे अजर रिझावे, राम नाम जप हिरदे जापे, मुख ते सगल सुनावे। सब नूं फिर वो गल दसे जो अपना मन एक बारी उन्हें अपना काबू च कर लिया। कर संग साधु चरण पखारे, संग तूर तन लावे, मन तन अरप धरे गुर आगे, सत पदार्थ पावे। जो जो सुने पेखे लाए सरदा, तांका जन्म मरण दुख भागे, ऐसी नृत निरख निवारे, नानक गुरमुख जाके। ऐसी नृत कर, जरा ऐसी नृत करेगा उसदे वास्ते रबाब भी यही है, पखावज भी यही है, ताल भी यही है, घुंघरू भी यही है। 885 अंक पर पंजवें पातशाह बख्शिश कर रहे हैं। इस साजां दे बारे गल दोबारा फिर हो रही है। ओंकार एक धुन एक है, एक राग लापे। उस एक ओंकार रब की धुन हमेशा अपने मन दे विच रखे, और एक ही राग, किहड़ा राग वा उहदे गुणां दा। एका देसी एक दिखावे, एको रहा व्यापे। वो हर जगह ते इको ही वो रब, उहदे गुण उही नजर आ रहे हैं। एका सूरत, एका ही सेवा, एको गुर ते जापे। सूरत की है जो गुरु नानक नूं सिद्धा ने पूछी सीगी, कौन गुरु किसका तो चेला, शब्द गुरु सूरत तुम चेला। सूरत कॉन्शियस माइंड, एको डबल ना होवे, एक ही एका ही सेवा। वो किहड़ी सेवा है? वो सेवा गुरुद्वारे दे विच भांडे मांजण दी, लंगर बनाउण दी, जुत्तियां साफ करन दी नहीं इत्थे की। एका ही सेवा, किहड़ी सेवा? गुरु की सेवा, शब्द विचार, गुरु की सेवा शब्द के विचार दी। एको गुर ते जापे, एको ही गुर तो लैनी है, इन्हें रोजाना गुरु बदलना है। भलो भलो रे कीर्तनिया, राम रमा रामा गुण गाओ, छुड़ माया के तंग सुभाओ। इन्हों क्या है? भलो भलो। ऐसा कीर्तनिया मनु चाहिए है गुरु बंदे ने, वो भला कीर्तनिया है जो हमेशा रब दे गुणां नूं अपने मन दे विच वसा के रखदा वा, और छूड़ माया के तंग सुभाओ। माया सिर्फ पैसा नहीं हो, काम क्रोध लोभ मोह हंकार जैलसी, ये सब माया है। हुण ये शब्द कदे साडे कीर्तनीए मैं तो कदे सुनिया नहीं, किसी कीर्तनीए नूं किसी गुरुद्वारे विच, शायद तुसीं किसी ने सुनिया हो तो मैनूं पता नहीं, पर यह शब्द मैं कदे नहीं सुनिया कि कीर्तनीए ये गा रहे होण कि भलो भलो रे कीर्तनिया, राम रमा रामा गुण गाओ, छुड़ माया के तंग सुभाओ। जे ओही गाणगे तो फिर उन्होंने पैसे कित्थों मिलणगे? पांच बचित्र करे संतोखा, सात सुरा लै चाले। पांच बचित्र
करे संतोखा। ਉਹਦੇ ਵਾਸਤੇ ਜਿਹੜੇ ਪੰਜ ਤਰੀਕੇ ਦੇ ਸਾਜ਼ ਨੇ, ਉਹ ਕਾਮ ਕ੍ਰੋਧ ਲੋਭ ਪੰਜ, ਜਿਨ੍ਹਾਂ ਨੂੰ ਕੰਟਰੋਲ ਕਰਕੇ ਸੰਤੋਖ 'ਚ ਰਹਿਣਾ। ਸਾਤ ਸੁਰਾ ਲੈ ਚਾਲੇ, ਜਿਹੜੇ ਸੁਰ ਗਾਉਂਦਾ ਆ ਉਹ ਪ੍ਰਭੂ ਚਰਨਾਂ ਵਿੱਚ ਲੀਨ ਰਹਿ ਕੇ ਦੁਨੀਆ ਦੀ ਕਿਰਤ ਕੰਮ ਕਰਦਾ ਆ। ਇਹੀ ਉਹਦੇ ਵਾਸਤੇ ਜਿਹੜੇ ਕੀਰਤਨ ਤੋਂ ਪਹਿਲਾਂ ਸਾਜਾਂ ਦੇ ਨਾਲ ਜਦੋਂ ਸੁਰ ਅਲਾਪ ਕਰਦੇ ਆ ਕਰਕੇ, ਕਹਿੰਦੇ ਉਹਦੇ ਵਾਸਤੇ, ਉਸ ਕੀਰਤਨੀ ਦੇ ਵਾਸਤੇ ਇਹ ਸੁਰ ਵਾ। ਬਾਜਾ ਮਾਣ ਤਾਣ ਤਜ ਤਾਨਾ। ਬਾਜਾ ਕੀ ਹੈ? ਹਾਰਮੋਨੀਅਮ ਕੀ ਹੈ? ਮਾਣ ਨੂੰ, ਹੰਕਾਰ ਨੂੰ ਤਿਆਗਦਾ ਹੈ। ਤਿਆਗਣਾ ਉਹਦੇ ਵਾਸਤੇ ਉਹ ਬਾਜਾ ਆ। ਤਜ ਤਾਨਾ, ਉਹ ਮਨੁੱਖ ਬੰਦੇ ਪਾਸੇ ਪੈਰ ਨਹੀਂ ਰੱਖਦਾ, ਪਾਉ ਨਾ ਬਿਗਾ ਕਾਲੇ। ਬਾਜਾ ਈਗੋ ਨੂੰ ਖਤਮ ਕਰਨਾ, ਤਜ ਤਾਨਾ ਤੇ ਪੁੱਠੇ ਪਾਸੇ ਚੱਲਣਾ ਨਹੀਂ। ਇੱਕ ਭਲੋ ਭਲੋ ਰੇ ਕੀਰਤਨੀਆ। ਫੇਰੀ ਫੇਰ ਨਾ ਹੋਵੇ ਕਬਹੀ, ਇੱਕ ਸ਼ਬਦ ਬੰਧ ਪਾਲੇ। ਇਹੀ ਉਹਦੇ ਵਾਸਤੇ ਜਿਹੜੇ ਕਈ ਕੀਰਤਨੀਏ, ਮੈਂ ਗੁਰੂ ਘਰ ਦੇ ਕੀਰਤਨ ਦੀ, ਸੌਰੀ ਗੁਰਦੁਆਰੇ ਦੇ ਕੀਰਤਨ ਦੀ ਗੱਲ ਨਹੀਂ ਕਰਦਾ ਪਿਆ ਇੱਥੇ, ਜਿਹੜੇ ਬਾਕੀ ਦੇ ਧਰਮਾਂ ਦੇ ਜਿਹੜੇ ਕੀਰਤਨੀਏ ਨੇ ਉਹ ਬੜਾ ਆਪਣੇ ਆਪ ਨੂੰ ਉਲਟਾ ਪਲਟਾ ਕਰਦੇ ਨੇ, ਦੱਸਦੇ ਭੱਜਦੇ ਨੇ ਨਾਲ। ਕਹਿੰਦੇ ਉਹਦੇ ਵਾਸਤੇ ਫੇਰਾ, ਇਹ ਫੇਰ ਲੈਂਦੇ ਨੇ, ਫੇਰੀਆਂ ਕਰਦੇ ਨੇ, ਉੱਠਾ ਪਸੰਦ ਕਰਦੇ ਨੇ। ਕਹਿੰਦੇ ਉਹਦੇ ਵਾਸਤੇ ਇਹੀ, ਉਸ ਕੀਰਤਨ ਦੇ ਵਾਸਤੇ ਰੱਬ ਦੇ ਗੁਣ ਆਪਣੇ ਮਨ 'ਚ ਸੁਣਾ ਇਹੀ ਹੈ। ਇੱਕ ਸ਼ਬਦ ਵੱਲ ਪਾਲੇ। ਇੱਕ ਸ਼ਬਦ, ਇੱਕ ਗੁਰੂ ਦੀ ਜਿਹੜੀ ਸਿੱਖਿਆ ਵਾ ਉਹਨੂੰ ਆਪਣੇ ਪੱਲੇ ਬਣ ਕੇ ਰੱਖਦਾ ਹੈ। ਨਾਰਦੀ ਨਰ ਹਰ ਜਾਣ ਹਦੂਰੇ, ਘੁੰਗਰ ਖੜਕ ਤਿਆਗ ਵਿਸੂਰੇ, ਸਹਿਜ ਆਨੰਦ ਦਿਖਾਵੇ ਭਾਵੇਂ, ਇਹ ਨਿਰਤਕਾਰੀ ਜਨਮ ਨਾ ਆਵੇ। ਪਰਮਾਤਮਾ ਨੂੰ ਸਦਾ ਹਮੇਸ਼ਾ ਆਪਣੇ ਅੰਗ ਸੰਗ ਜਾਣਨਾ, ਉਹਦੇ ਗੁਣਾਂ ਨੂੰ ਹਮੇਸ਼ਾ ਆਪਣੇ ਅੰਗ ਸੰਗ ਰੱਖਣਾ, ਕਿ ਤਾਂ ਕਿ ਮੈਂ ਕੋਈ ਗਲਤ ਕੰਮ ਕਿਸੇ ਵਕਤ ਵੀ ਨਾ ਕਰਾਂ। ਇਹੀ ਉਸਦੇ ਵਾਸਤੇ ਨਾਰਦ ਭਗਤੀ ਵਾਲਾ ਨਾਚ ਹੈ, ਕਿਉਂਕਿ ਨਾਰਦ ਨਾਚ ਕਰਦਾ ਹੈ, ਨਾਲ ਕੀਰਤਨ ਵੀ ਕਰਦਾ ਹੈ। ਇਸ ਤਰ੍ਹਾਂ ਦੁਨੀਆ ਦੇ ਸਾਰੇ ਚਿੰਤਾ ਤਿਆਗ ਵੀ ਦਿੰਦਾ ਹੈ। ਇਹੀ ਉਹਦੇ ਵਾਸਤੇ ਘੁੰਗਰੂ ਦੀ ਛਣਕਾਰ ਹੈ। ਆਤਮਕ ਡੋਲਤਾ ਦਾ ਸੁੱਖ ਮਾਣਦਾ ਹੈ, ਮਾਨੋ ਇਹ ਨ੍ਰਿਤਕਾਰੀ ਦਾ ਕਰੂਰ ਵਿਖਾ ਰਿਹਾ ਹੈ। ਇਹ ਭਾਈ, ਜਿਹੜਾ ਵੀ ਮਨੁੱਖ ਇਹ ਨ੍ਰਿਤਕਾਰੀ ਕਰਦਾ, ਉਸਦਾ ਜਨਮ ਦਾ ਗੇੜ, ਸਪਿਰਿਚੁਅਲੀ ਮਰਨਾ, ਸਪਿਰਿਚੁਅਲੀ ਪੈਦਾ ਹੋਣਾ ਦੁਬਾਰਾ, ਫਿਰ ਉਸ ਗੇੜ 'ਚ ਨਹੀਂ ਪੈਂਦਾ। ਇੱਥੇ ਗੁਰੂ ਸਾਹਿਬਾਂ ਨੇ ਸਾਜਾਂ ਦੇ ਬਾਰੇ ਬੜਾ ਸੋਹਣਾ ਵਿਖਾਣ ਦਿੱਤਾ ਹੈ। ਜੇ ਕੋ ਆਪਣੇ ਠਾਕੁਰ ਭਾਵੇ, ਕੋਟ ਮਧ ਇਹ ਕੀਰਤਨ ਗਾਵੇ। ਜੋ ਆਪਣੇ ਠਾਕੁਰ ਨੂੰ, ਆਪਣੇ ਰੱਬ ਨੂੰ ਪਿਆਰਾ ਹੋ ਗਿਆ, ਜਿਹਨੇ ਉਸਦੇ ਗੁਣ ਆਪਣੇ ਮਨ 'ਚ ਵਸਾ ਲਏ, ਉਹਦੇ ਉੱਪਰ ਚੱਲਦਾ ਪਿਆ ਵਾ, ਕੋਟ ਮਧ ਇਹ ਕੀਰਤਨ ਗਾਵੇ। ਇਹ ਵਾਲਾ ਕੀਰਤਨ ਗਾਵੇ ਹਮੇਸ਼ਾ ਦੇ ਵਾਸਤੇ। ਸਾਧ ਸੰਗਤ ਕਾ ਜੀਵੋ ਕਾ ਜਾਵੋ ਟੇਕ, ਕਹੋ ਨਾਨਕ ਤਿਸ ਕੀਰਤਨ ਏਕ। ਜੇ ਕਰੋੜਾਂ ਵਿੱਚੋਂ ਇੱਕ ਮਨੁੱਖ ਆਪਣੇ ਪਰਮਾਤਮਾ ਨੂੰ ਉਦਾਂ ਦਾ ਕੋਈ ਪਿਆਰਾ ਹੋ ਜਾਵੇ, ਤਾਂ ਉਹ ਪ੍ਰਭੂ ਦਾ ਕੀਰਤਨ ਗਾ ਰਿਹਾ ਹੈ। ਇਹ ਨਾਨਕ ਆਖ, ਮੈਂ ਤਾਂ ਸਾਧ ਸੰਗਤ ਦੀ ਸਰਨੀ ਪੈਂਦਾ, ਕਿਉਂਕਿ ਸਾਧ ਸੰਗਤ ਨੂੰ ਕੀਰਤਨ ਹੀ ਜ਼ਿੰਦਗੀ ਦਾ ਇੱਕੋ ਸਹਾਰਾ ਹੈ। ਕਿਹੜਾ ਕੀਰਤਨ? ਆਪਣੇ ਰੱਬ ਦੇ ਗੁਣਾਂ ਨੂੰ ਆਪਣੇ ਮਨ 'ਚ ਵਸਾ ਕੇ ਉਹਦੇ ਉੱਪਰ ਚੱਲਣਾ। ਹੁਣ ਅਸੀਂ ਆ ਜਾਈਏ ਜਿਹੜਾ ਮੇਨ ਸ਼ਬਦ ਹੈ 1975 ਅੰਕ ਉੱਪਰ, ਕਲ ਯੁਗ ਮੈਂ ਕੀਰਤਨ ਪ੍ਰਧਾਨਾ। ਜਿਹੜਾ ਆਮ ਕੀਰਤਨੀ ਗਾਉਂਦੇ ਨੇ, ਭਲੋ ਭਲੋ ਰੇ ਕੀਰਤਨ ਤਾਂ ਕਦੇ ਗਾਏ ਨਹੀਂ ਕਿਸੇ ਨੇ ਵੀ। ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗ ਹੈ ਪਤ ਸਿਉ ਜਾਇਦਾ। ਕਲਯੁਗ ਕੀ ਹੈ? ਆਮ ਜਿਹੜੇ ਲੋਕੀ ਸੋਚਦੇ ਨੇ ਕਿ ਕਲਯੁਗ, ਸਤਯੁਗ, ਤ੍ਰੇਤਾ ਯੁਗ, ਇਹ ਅੱਜ ਕੱਲ੍ਹ ਜਿਹੜਾ ਟਾਈਮ ਹੈ ਉਹ ਕਲਯੁਗ ਦਾ ਹੈ। ਪਰ ਗੁਰੂ ਇਸ ਚੀਜ਼ ਨੂੰ ਨਹੀਂ ਮੰਨਦੇ। ਇੱਕ ਅਲੱਗ ਪੂਰਾ ਦਾ ਪੂਰਾ ਵਿਸ਼ਾ ਹੈ, ਇਹਨੂੰ ਅਗਲੀ ਵਾਰੀ ਡਿਸਕਸ ਕਰਾਂਗੇ ਇੱਕ ਵਾਰੀ।
ਪਰ ਇੱਕ ਸਿਰ ਪੈਰਾਗ੍ਰਾਫ ਦੇ ਵਿੱਚ ਆਪਾਂ ਆਸਾ ਦੀ ਵਾਰਸ ਪੜ੍ਹਦੇ ਹਾਂ, 470 ਅੰਕ ਉੱਪਰ ਹੈ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਕਲਯੁਗ ਦੇ ਵਾਲੀ ਅਵਸਥਾ ਦੇ ਵਿੱਚ ਜਦੋਂ ਸਾਡੇ ਮਨ ਦੀ ਅਵਸਥਾ ਕਲਯੁਗ ਵਾਲੀ ਹੋਵੇ, ਉਸ ਵਕਤ ਜਿਹੜਾ ਸਾਡਾ ਰਥ ਹੈ, ਟੂ ਅੰਡਰਸਟੈਂਡ ਇਟ ਪ੍ਰੋਪਰਲੀ, ਰਥ ਜਿਹੜਾ ਨਹੀਂ ਸਮਝਦੇ ਬੱਚੇ, ਜਿਹੜੀ ਸਾਡੀ ਕਾਰ ਹੈ ਜਿਹਦੇ ਅਸੀਂ ਡਰਾਈਵ ਕਰ ਰਹੇ ਹਾਂ, ਉਹ ਅਗਨ ਦੀ ਹੈ। ਕਿਹੜੇ ਅਗਨ ਦੀ? ਵਿਸ਼ੇ ਵਿਕਾਰਾਂ ਦੇ ਅਗਨ ਦੀ, ਮਾਇਆ ਦੇ ਅਗਨ ਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਗਨ ਦੀ। ਉਹਦਾ ਜਿਹੜਾ ਡਰਾਈਵਰ ਹੈ, ਜਿਹੜਾ ਉਹਦਾ ਰਥਵਾ ਹੈ, ਉਸ ਕਾਰ ਦਾ ਜਿਹੜਾ ਡਰਾਈਵਰ ਹੈ, ਕੂੜ ਅੱਗੇ ਰਥਵਾ, ਉਹ ਕੂੜ ਹੈ, ਫਾਲਸੂਡ ਹੈ। ਫਾਲਸੂਡ ਕੀ ਹੈ? ਝੂਠ, ਫਰੇਬੀ, ਮਕਾਰੀ। ਜਿੰਨੀ ਮੈਂ ਗਲਤ ਕੰਮ ਕਰਕੇ ਪੈਸੇ ਇਕੱਠੇ ਕਰ ਲਵਾਂ, ਦੂਸਰਿਆਂ ਦਾ ਮੈਂ ਚੀਜ਼ਾਂ ਮਾਰ ਲਵਾਂ, ਪੈਸੇ ਮਾਰ ਲਵਾਂ, ਉਹਨੂੰ ਮੈਂ ਦੁੱਖ ਦੇ ਦੇਵਾਂ, ਉਹਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ, ਇਹ ਕੂੜ ਹੈ। ਜਦੋਂ ਬੰਦਾ ਐਸੀ ਹਾਲਤ ਵਿੱਚ ਹੋਵੇ, ਉਹਦੀ ਜਿਹੜੀ ਮਨ ਦੀ ਅਵਸਥਾ ਹੈ, ਉਹ ਕਲਯੁਗ ਦੀ ਅਵਸਥਾ ਹੈ। ਇਸ ਅਵਸਥਾ ਦੇ ਵਿੱਚ ਮੈਂ ਕੀਰਤਨ ਪ੍ਰਧਾਨ ਜੇ ਅਸੀਂ ਉਸ ਕੀਰਤਨ ਨੂੰ, ਜਿਹੜਾ ਪਿੱਛੇ ਗੁਰੂ ਸਾਹਿਬਾਨ ਨੇ ਬੜਾ ਸੋਹਣਾ ਢੰਗ ਨਾਲ ਡਿਸਕ੍ਰਾਈਬ ਕੀਤਾ ਹੈ, ਰੱਬ ਦੇ ਗੁਣਾਂ ਨੂੰ ਪ੍ਰਧਾਨ ਬਣਾ ਲਈਏ, ਤਾਂ ਅਸੀਂ ਕਲਯੁਗ ਦੇ ਵਿੱਚ ਇਸ ਅਵਸਥਾ ਦੇ ਵਿੱਚੋਂ ਨਿਕਲ ਸਕਦੇ ਹਾਂ, ਤਰ ਸਕਦੇ ਹਾਂ। ਗੁਰਮੁਖ ਜਪੀਏ ਲਾਏ ਧਿਆਨਾ। ਹੁਣ ਜਿਹੜਾ ਸਾਧਨ ਨਾਲ ਕੀਰਤਨ ਆ, ਉਹ ਜਪਿਆ ਤਾਂ ਨਹੀਂ ਨਾ ਜਾਂਦਾ, ਪਰ ਇੱਥੇ ਗੁਰਮੁਖ ਜਪੀਏ ਲਾਏ ਧਿਆਨਾ, ਉਹ ਰੱਬ ਦੇ ਗੁਣਾਂ ਨੂੰ ਉਹ ਗੁਰਮੁਖ ਆਪਣੇ ਮਨ ਦੇ ਵਿੱਚ ਹਮੇਸ਼ਾ ਧਿਆਨ ਦੇ ਨਾਲ ਰੱਖਦੇ ਨੇ ਔਰ ਚੇਤੇ ਰੱਖਦੇ ਨੇ, ਜਪੀਏ। ਉਹ ਜਿਹੜੇ ਫਿਰ ਗੁਰਮੁਖ ਨੇ, ਆਪ ਤਰ੍ਹਾਂ ਉਹ ਖੁਦ ਤਾਂ ਇਸ ਕਲਯੁਗ ਦੀ ਅਵਸਥਾ ਦੇ ਵਿੱਚੋਂ ਤਰ ਕੇ ਬਾਹਰ ਨਿਕਲ ਜਾਂਦੇ ਨੇ, ਜਿਨ੍ਹਾਂ ਨੇ ਉਸ ਕੀਰਤਨ ਨੂੰ ਪ੍ਰਧਾਨ ਬਣਾ ਲਿਆ। ਸਗਲੇ ਕੁਲ ਤਾਰੇ, ਇੱਥੇ ਕੁਲ ਜਿਹੜਾ ਆ, ਉਹ ਆਪਣੇ ਮਾਪੇ ਨਹੀਂ ਹੋ, ਉਹ ਆਪਣੇ ਮਾਪੇ ਨਹੀਂ ਹੋ। ਉਹ ਜਿਹੜੇ ਮਾਪੇ ਸੀਗੇ, ਭੈਣ ਭਰਾ ਸੀ, ਉਹ ਤਾਂ ਗੁਰੂ ਸਾਹਿਬ ਦੇ ਵੀ ਨਹੀਂ ਤਰੇ। ਗੁਰੂ ਨਾਨਕ ਦੇ ਪੁੱਤਰ ਉਹਨਾਂ ਦੀ ਗੱਲ ਨਹੀਂ ਸੀ ਮੰਨਦੇ। ਪੰਜਵੇਂ ਪਾਤਸ਼ਾਹ ਦਾ ਭਰਾ, ਦੋਨੋਂ ਹੀ, ਉਹਨਾਂ ਨੂੰ ਤਾਰ ਨਹੀਂ ਸਕੇ। ਉਹ ਤਾਂ ਇਹ ਹੈ ਕਿ ਜੋ ਜੈਸਾ ਬੀਜੇ ਤੈਸਾ ਫਲ ਪਾਏ, ਉਹ ਤਾਂ ਖੁਦ ਨੂੰ ਕਰਨਾ ਪੈਣਾ ਵਾ। ਇੱਥੇ ਕਿਹੜੇ ਕੁਲ ਦੀ ਗੱਲ ਹੋ ਰਹੀ ਹੈ? ਮਤ ਮਾਤਾ ਪਿਤਾ ਸੰਤੋਖ, ਉਹਦੀ ਗੱਲ ਹੋ ਰਹੀ ਹੈ। 32 ਸੁਲੱਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ, ਇਚ ਪੂਰੇ ਮਨ ਕੰਤ ਸੁਆਮੀ ਸਗਲ ਸੰਤੋਖੀ ਦੇਰ ਜਿਠਾਨੀ, ਸਭ ਪਰਵਾਰੇ ਮੈਂ श्रेष्ठ मती देवी देवर ज्येष्ठ, तन सो ग्रह जित प्रगति आए, जन नानक सुखे सुख विहाए। ਇਹਨੂੰ ਵੈਸੇ ਪੂਰਾ ਦਾ ਪੂਰਾ ਕਦੇ ਇੱਕ ਅਲੱਗ ਟੌਪਿਕ ਹੈ ਕਿ ਸਪਿਰਚੁਅਲ ਫੈਮਿਲੀ ਕਿਹੜੀ ਹੈ, ਉਹਨੂੰ ਕਦੇ ਡਿਸਕਸ ਕਰਾਂਗੇ। ਪਰ ਇੱਥੇ ਜਿਹੜੀ ਇਹ ਸ਼ਬਦ ਦੇ ਮੁਤਾਬਕ ਕਿਹੜੇ ਸਗਲੇ ਕੁਲ ਤਾਰੇ ਦੀ ਗੱਲ ਹੋ ਰਹੀ ਹੈ? ਭਗਤ ਰੂਪੀ ਇਸਤਰੀ, ਪ੍ਰਭੂ ਰੂਪੀ ਪਤੀ, ਸੱਚ ਰੂਪੀ ਸੰਤਾਨ, ਮਤ ਰੂਪੀ ਮਾਂ, ਸੰਤੋਖ ਰੂਪੀ ਪਿਓ, ਖਲਕਤ ਰੂਪ ਦੀ ਸੇਵਾ ਕਰਨੀ ਰੂਪੀ ਭਰਾ, ਮਾਇਆ ਅਗਿਆਨਤਾ ਰੂਪੀ ਸੱਸ, ਤੇ ਉੱਚੀ ਸੂਰਤ ਸਹੁਰਾ, ਤੇ ਦਿਰਾਣੀ ਜਠਾਣੀ ਆਸ਼ਾ ਤੇ ਤ੍ਰਿਸ਼ਨਾ। ਇਹ ਜਿਹੜੇ ਕੁੱਲ ਨੇ, ਇਹਨਾਂ ਨੂੰ ਇਹ ਵੀ ਨਾਲ ਸਾਡੇ ਤਰ ਜਾਂਦੇ ਨੇ, ਸਾਡੇ ਜਿਹੜੇ ਅੰਦਰ ਨੇ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਗਾ। ਉਹ ਫਿਰ ਜਿਹੜਾ ਹੈ ਰੱਬ ਦੀ ਦਰਗਾਹ ਦੇ ਵਿੱਚ, ਜਿਹੜੀ ਸਾਡੇ ਮਨ ਦੇ ਵਿੱਚ ਵਾ ਦਰਗਾਹ ਉਹਦੇ ਵਿੱਚ ਉਹ ਕਬੂਲ ਹੋ ਜਾਂਦਾ ਆ, ਹਮੇਸ਼ਾ ਸੁਖੀ ਰਹਿੰਦਾ ਹੈ। ਇਹ ਅਸਲ ਦੇ ਵਿੱਚ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਗਾ। ਇਹਦਾ ਮਤਲਬ ਇਹ ਬਣਦਾ ਹੈ ਜੋ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਗੁਰਦੁਆਰਿਆਂ ਦੇ ਵਿੱਚ ਕੀਰਤਨ ਨਹੀਂ ਕਰਨਾ ਚਾਹੀਦਾ। ਸਾਨੂੰ ਕੀਰਤਨ ਨਹੀਂ ਕਰਨਾ, ਉਹ ਤਾਂ ਗੁਰੂ ਸਾਹਿਬਾਨ ਨੇ ਸ਼ੁਰੂ ਕੀਤਾ ਹੈ, ਉਹ ਕਰਨਾ ਹੈ ਕੀਰਤਨ। ਜਦੋਂ ਅਸੀਂ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਹਾਂ, ਉਸ ਵਕਤ
ਜਿਹੜੀ ਗੁਰਬਾਣੀ ਹੈ ਉਹਨੂੰ ਅਸੀਂ ਕਈ ਵਾਰੀ ਜਦੋਂ ਪੜ੍ਹਦੇ ਹਾਂ ਸਿਰਫ ਕਈ ਵਾਰੀ ਮਨ ਇੱਧਰ ਉੱਧਰ ਭਟਕ ਜਾਂਦਾ ਆ, ਕਿਤੇ ਹੋਰ ਚਲਾ ਜਾਂਦਾ, ਭਾਵੇਂ ਪਾਠ ਕਰਦੇ ਪਏ ਹਾਂ ਪਰ ਇਹ ਵੀ ਨਹੀਂ ਪਤਾ ਲੱਗਦਾ ਕਿ ਜਪਜੀ ਸਾਹਿਬ ਕਦੋਂ ਖਤਮ ਹੋ ਗਿਆ, ਅਗਲੀ ਬਾਣੀ ਸ਼ੁਰੂ ਹੋ ਗਈ ਤੋਤਾ ਰਟਣ ਦੇ ਨਾਲ। ਪਰ ਜਦੋਂ ਕੀਰਤਨ ਕਰੀਦਾ, ਗੁਰੂ ਸਾਹਿਬਾਨ ਨੇ ਕੀਰਤਨ ਸਾਜ਼ਾਂ ਦੇ ਨਾਲ ਤਾਂ ਸ਼ੁਰੂ ਕਰਵਾਇਆ ਸੀ, ਜਦੋਂ ਕੀਰਤਨ ਕਰਦੇ ਆ ਉਸ ਵਕਤ ਮਿਊਜ਼ਿਕ ਦੇ ਕਰਕੇ ਜਿਹੜਾ ਮਨ ਵਾ ਉਹ ਮਿਊਜ਼ਿਕ ਦੇ ਵਿੱਚ ਲੱਗਿਆ ਹੁੰਦਾ ਆ। ਉਹ ਜੋ ਸ਼ਬਦ ਪੜ੍ਹਿਆ ਜਾ ਰਿਹਾ ਵਾ ਉਹ ਸ਼ਬਦ ਜਿਹੜਾ ਵਾ ਸਾਡੇ ਮਨ ਦੇ ਵਿੱਚ ਵਸਦਾ ਹੈ। ਉਸ ਵਕਤ ਮਨ ਇੱਧਰ ਉੱਧਰ ਘੁੰਮਦਾ ਨਹੀਂ। ਉਹ ਇਸੇ ਵਾਸਤੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਸ਼ਬਦ ਨੇ ਉਹ ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਿਆ, ਔਰ ਉਹਨਾਂ ਰਾਗਾਂ ਦੇ ਵਿੱਚ ਉਹ ਸ਼ਬਦ ਪੜ੍ਹਨ ਨੂੰ ਕਿਹਾ ਕਿ ਜਦੋਂ ਅਸੀਂ ਸੌਫਟ ਧੁਨ ਦੇ ਵਿੱਚ ਸ਼ਬਦ ਪੜ੍ਹਦੇ ਆ ਤਾਂ ਉਹ ਜਿਹੜੀ ਸੌਫਟ ਧੁਨ ਜਿਹੜੀ ਹੈਗੀ ਆ ਉਹ ਕਿਸੇ ਨਾ ਕਿਸੇ ਗਾਣੇ ਦੇ ਉੱਪਰ, ਕਿਸੇ ਨਾ ਕਿਸੇ ਗੀਤ ਦੇ ਉੱਪਰ ਇੱਧਰ ਉੱਧਰ ਕਿਤੇ ਵੀ ਹੁੰਦੀ ਹੈ ਜ਼ਰੂਰ, ਤੇ ਜਿਹੜਾ ਮਨ ਵਾ ਉਸ ਵਕਤ ਉਹ ਉਸ ਪਾਸੇ ਨੂੰ ਚਲਾ ਜਾਂਦਾ ਹੈ, ਉਸ ਗਾਣੇ ਵਾਲੇ ਪਾਸੇ ਨੂੰ, ਗੀਤ ਵਾਲੇ ਪਾਸੇ ਨੂੰ। ਪਰ ਜਦੋਂ ਅਸੀਂ ਰਾਗ ਵੱਲ ਪੜ੍ਹਦੇ ਆ ਤੇ ਦਿਮਾਗ ਜਿਹੜਾ ਵਾ, ਜਿਹੜਾ ਮਨ ਜਿਹੜਾ ਵਾ ਉਸ ਰਾਗ ਦੇ ਨਾਲ, ਉਸ ਸ਼ਬਦ ਦੇ ਨਾਲ ਜੁੜਿਆ ਰਹਿੰਦਾ ਆ। ਪਰ ਉਹਦੇ ਨਾਲ ਜਿਹੜਾ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਰਤਨ ਦੇ ਬਾਰੇ ਗੱਲ ਕੀਤੀ ਹੈ, ਉਹ ਅੱਠੇ ਪਹਿਰ ਐਸਾ ਕੀਰਤਨ ਜਿਹਦੇ ਵਿੱਚ ਰੱਬ ਦੇ ਗੁਣ ਹਮੇਸ਼ਾ ਅਸੀਂ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।